गोपाल तेरा आरता, जो जन तुमरी भगत करन ते, तिनके काज सवारता। गोपाल तेरा आरता, जो जन तुमरी भगत करन ते, तिनके काज सवारता। रहाओ दाल सीधा मांगो घियो, हमरा खुशी करे नित जियो। पनिया साधन निका अनाज, मांगो सत सीका। गौ भैंस मंगो लावेरी, एक ताजन तुरी चंगेरी। कर की गीहन चंगी, जन धना लेवै मंगी। घर की गीहन चंगी, जन धना लेवै मंगी। वाहिगुरू जी का खालसा, वाहिगुरू जी की फतेह। आओ गुरु प्यार वालिओ, कोशिश करते हाँ रल मिल के ਸਾਹਿਬਾਂ ਦੇ ਪਾਵਨ ਸਿਧਾਂਤਾਂ ਨੂੰ, ਪਾਵਨ ਫਲਸਫੇ ਨੂੰ ਜਾਣਨ ਦਾ ਯਤਨ ਕਰੀਏ। ਕੱਲ੍ਹ ਅਤੇ ਪਰਸੋਂ 2 ਦਿਨ ਆਪਾਂ ਭਗਤ ਸਾਹਿਬਾਨਾਂ ਦੇ ਸ਼ਬਦਾਂ ਵਿੱਚੋਂ 2 ਸ਼ਬਦ, ਇੱਕ ਸ਼ਬਦ ਭਗਤ ਸੈਣ ਜੀ ਦਾ ਔਰ ਇੱਕ ਸ਼ਬਦ ਭਗਤ ਪੀਪਾ ਜੀ ਦਾ, ਜਿਨ੍ਹਾਂ ਸ਼ਬਦਾਂ ਦਾ ਲਗਭਗ ਜਿਹੜਾ ਵਿਸ਼ਾ ਉਹ ਇਹ ਸੀ ਵੀ ਸਾਡੇ ਅੰਦਰ ਬੈਠੇ ਪਰਮਾਤਮਾ ਨੂੰ ਅਸੀਂ ਕਿਵੇਂ ਰਿਝਾ ਸਕਦੇ ਹਾਂ। ਅਤੇ ਅੰਦਰ ਬੈਠੇ ਪਰਮਾਤਮਾ ਨੂੰ ਰਿਝਾਉਣ ਦਾ ਅਰਥ ਹੁੰਦਾ ਆ ਵੀ ਤੁਸੀਂ ਆਪਣੇ ਆਪ ਨੂੰ ਪਰਮਾਤਮਾ ਦੇ ਰਾਹ 'ਤੇ ਕਿਵੇਂ ਤੋਰ ਸਕਦੇ ਹਾਂ, ਜੇ ਸੌਖੇ ਸ਼ਬਦਾਂ ਵਿੱਚ ਆਪਾਂ ਗੱਲ ਕਰਨੀ ਹੋਵੇ। ਕਿਉਂਕਿ ਜਿਹੜਾ ਧਰਮ ਕਰਮ ਹੈ ਨਾ, ਉਹ ਬਾਹਰ ਮੁਖੀ ਸਾਨੂੰ ਬਹੁਤ ਸਿਖਾਇਆ ਜਾਂਦਾ ਆ। ਹਰ ਇੱਕ ਚੀਜ਼ ਧਰਮ ਦੀ ਸਾਨੂੰ ਬਾਹਰਲੇ ਵਾਲੇ ਬੰਨੇ ਨੂੰ ਲੈ ਕੇ ਜਾਂਦੀ ਹੈ, ਬਾਹਰ ਦੀਆਂ ਚੀਜ਼ਾਂ ਸਾਨੂੰ ਸਿਖਾਈਆਂ ਜਾਂਦੀਆਂ। ਇਸੇ ਲਈ ਜਿਹੋ ਜਿਹੀ ਆਮ ਦੁਨੀਆ ਵਿੱਚ ਲੋਕ ਜ਼ਿੰਦਗੀ ਜੀ ਰਹੇ ਹੁੰਦੇ ਆ, ਧਾਰਮਿਕ ਬੰਦੇ ਜਿਹੜੇ ਆ ਜਾਂ ਧਰਮ ਦੀ ਦੁਨੀਆ ਵਿੱਚ ਵੀ ਉਸੇ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਆ ਉਹ ਜੀ ਰਹੇ ਹੁੰਦੇ ਨੇ। ਉੱਥੇ ਕੋਈ ਬਹੁਤਾ ਵੱਡਾ ਫਰਕ ਨਹੀਂ ਹੁੰਦਾ। ਸਮਾਂ ਪਾ ਕੇ ਧਰਮ ਜਿਹੜਾ ਆ ਉਹ ਜੀਵਨ ਵਿੱਚੋਂ ਅਲੋਪ ਹੋ ਜਾਂਦਾ ਅਤੇ ਕਰਮ ਜਿਹੜਾ ਆ ਉਹ ਸਿਰਫ ਅਤੇ ਸਿਰਫ ਰਹਿ ਜਾਂਦਾ। ਉਹਨੂੰ ਅਸੀਂ ਕਰਮ ਕਾਂਡ ਕਹਿੰਦੇ ਹਾਂ, ਰੀਚੁਅਲਸ ਕਹਿੰਦੇ ਹਾਂ, ਜਿਹਦਾ ਮਤਲਬ ਕੋਈ ਨਾ ਬਣਦਾ ਹੋਵੇ ਪਰ ਉਹ ਚੀਜ਼ਾਂ ਹੋ ਰਹੀਆਂ ਹੋਣ। ਜਦੋਂ ਅਸੀਂ ਬਾਬੇ ਨਾਨਕ ਜੀ ਦੀ ਬਾਣੀ ਦੀ ਗੱਲ ਜਾਂ ਅਸੀਂ ਗੁਰੂ ਸਾਹਿਬਾਨਾਂ ਦੇ ਸਿਧਾਂਤ ਦੀ ਗੱਲ ਕਰਦੇ ਹਾਂ, 35 ਮਹਾਂਪੁਰਸ਼ਾਂ ਦੀ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਤਾਂ ਇਹਨਾਂ 35 ਮਹਾਂਪੁਰਸ਼ਾਂ ਨੇ ਹਰ ਇੱਕ ਉਸ ਚੀਜ਼ ਵਿੱਚੋਂ ਜਿੱਥੇ ਕਰਮ ਕਾਂਡ ਆ ਗਿਆ ਅਤੇ ਉਹਨਾਂ ਕੰਮਾਂ ਦਾ ਮਤਲਬ ਕੋਈ ਨਹੀਂ ਰਹਿ ਗਿਆ, ਉੱਤੇ ਬਹੁਤ ਕਰਾਰੀ ਚੋਟ ਕੀਤੀ ਹੈ। ਇੱਕ ਥਾਂ 'ਤੇ ਨਹੀਂ ਕੀਤੀ, ਬਹੁਤਾਤ ਥਾਵਾਂ 'ਤੇ ਕੀਤੀ ਹੈ। ਆਪਾਂ ਕਈ ਸ਼ਬਦ ਪਿੱਛੇ ਇਸ ਤਰ੍ਹਾਂ ਦੇ ਵਾਚੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਹ ਸਾਰੇ ਸਿਲਸਿਲੇ ਨੂੰ ਬੜੇ ਸੋਹਣੇ ਸ਼ਬਦਾਂ ਵਿੱਚ ਔਰ ਉਹ ਸਾਰੇ ਸਿਲਸਿਲੇ ਨੂੰ ਲੜੀਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਲੈਂਦੇ ਨੇ। ਔਰ ਇੱਕ ਗੱਲ ਧਿਆਨ ਵਿੱਚ ਰਵੇ ਸਾਡੇ ਸਾਰਿਆਂ ਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਸੁਨੇਹਾ ਆ, ਜਿਹੜਾ ਉਪਦੇਸ਼ ਹੈ, ਉਹ ਇੱਕ ਤਾਂ ਇਹ ਹੈ, ਸਿੰਪਲ ਗੱਲ ਇਹ ਹੈ ਵੀ ਅਸੀਂ ਰੱਬ ਜੀ ਦੇ ਰਾਹ 'ਤੇ ਕਿਵੇਂ ਤੁਰ ਸਕਦੇ ਹਾਂ। ਦੁੱਖ ਉਦੋਂ ਵਾਪਰਦਾ ਵੀ ਜਦੋਂ ਜਿਹੜੀ ਵਿਚਾਰਧਾਰਾ ਨੇ ਕਰਮਕਾਂਡੀ ਵਿਚਾਰਧਾਰਾ ਨੂੰ ਖਤਮ ਕਰਨਾ ਹੁੰਦਾ ਅਤੇ ਉਹੀ ਵਿਚਾਰਧਾਰਾ ਹੌਲੀ ਹੌਲੀ ਕਰਮਕਾਂਡ ਦਾ ਰੂਪ ਧਾਰਨ ਕਰ ਜਾਏ। ਜਿਵੇਂ ਮੰਨ ਲਓ ਵੀ ਬਹੁਤ ਸਾਰੇ ਬੰਦੇ ਕਹਿੰਦੇ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਸਾਨੂੰ ਬਾਣੀ ਦੀ ਸਮਝ ਹੈ, ਪਰ ਜੀਵਨ ਵਿੱਚ ਬਾਣੀ ਨਜ਼ਰ ਨਹੀਂ ਆਉਂਦੀ। ਵੇਖੋ, ਮੈਨੂੰ ਬਾਣੀ ਦੇ 4 ਸ਼ਬਦ ਯਾਦ ਹੋਣ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਯਾਦ ਕਰਨਾ ਬਹੁਤ ਚੰਗੀ ਗੱਲ ਹੈ, ਪਰ ਯਾਦ ਹੋ ਜਾਣ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਕਿਉਂਕਿ ਯਾਦ ਹੋਣ ਨਾਲ ਨਹੀਂ ਗੱਲ ਬਣਨੀ। ਗੱਲ ਬਣਨੀ ਹੈ ਵੀ ਬਾਣੀ ਵਿਚਲਾ ਉਪਦੇਸ਼ ਸਾਨੂੰ ਕਿੰਨਾ ਕੁ ਯਾਦ ਹੈ, ਬਾਣੀ ਵਿੱਚ ਦੱਸੀ ਹੋਈ ਵਿਚਾਰਧਾਰਾ ਨੂੰ ਅਸੀਂ ਕਿੰਨਾ ਕੁ ਜੀਨੇ ਹਾਂ। ਜਦੋਂ ਸਾਡੇ ਪੁਰਖੇ ਬਾਣੀ ਦੀ ਵਿਚਾਰਧਾਰਾ ਨੂੰ ਜਿਉਂਦੇ ਸਨ ਅਤੇ ਉਸ ਵੇਲੇ ਫਿਰ ਸਾਡੇ ਸਿਰਾਂ ਦੇ ਮੁੱਲ ਪਏ ਸਨ। ਕਿਉਂਕਿ ਮੁੱਲ ਹਮੇਸ਼ਾ ਉਸ ਚੀਜ਼ ਦਾ ਪੈਂਦਾ ਜਿਹੜੀ ਕੀਮਤੀ ਹੁੰਦੀ ਹੈ। ਤੁਸੀਂ ਹਮੇਸ਼ਾ ਕਿਸੇ ਵੀ ਥਾਂ 'ਤੇ ਚਲੇ ਜਾਓ ਨਾ, ਜੇ ਉਹਦੇ 'ਚ ਮਾੜੀ ਮੋਟੀ ਵੀ ਕੋਈ ਕੀਮਤ ਹੈ ਤਾਂ ਉਹਦਾ ਮੁੱਲ ਪੈ ਜਾਏਗਾ। ਜਿਹਦੀ ਕੀਮਤ ਨਹੀਂ ਹੈ ਨਾ, ਬਾਣੀ 'ਚ ਬਹੁਤ ਪਿਆਰੇ ਸ਼ਬਦ ਗੁਰੂ ਸਾਹਿਬ ਜੀ ਆਸਾ ਕੀ ਵਾਰ ਵਿੱਚ ਵਰਤਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੇ ਪਿਆਰੇ ਪੱਖ ਉੱਥੇ ਸਾਡੇ ਸਾਹਮਣੇ ਰੱਖਦੇ ਅਤੇ ਉਹਨਾਂ ਸ਼ਬਦਾਂ ਦੇ ਨਾਲ ਸਾਨੂੰ ਇਹ ਗੱਲ ਸਮਝਾਉਂਦੇ ਆ
ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਛੁੱਟੀਏ ਤਿਲ ਬੁਆੜ ਜੂ ਸੁਣੀਏ ਅੰਦਰ ਖੇਤ ਖੇਤੇ ਅੰਦਰ ਛੁੱਟਿਆਂ ਕਹੁ ਨਾਨਕ ਸੌ ਨਾ ਫਲੀਏ ਫੁਲੀਏ ਬਪੜੇ। ਜਦੋਂ ਜਿਸ ਚੀਜ਼ ਦੀ ਕੀਮਤ ਨਾ ਹੋਵੇ ਉਹਨੂੰ ਐਵੇਂ ਹੀ ਸੁੱਟ ਦਿੱਤਾ ਜਾਂਦਾ ਤੇ ਉਹਦੇ ਸੈਂਕੜੇ ਹੀ ਮਾਲਕ ਬਣ ਜਾਂਦੇ ਨੇ, ਉਹਦੀ ਕੀਮਤ ਕੋਈ ਨਹੀਂ ਹੁੰਦੀ। ਔਰ ਸ਼ੁਰੂ ਕਰਦੇ ਨੇ ਉਹ ਸ਼ਲੋਕ ਸ਼ੁਰੂ ਕਰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਮਨ ਕਰਕੇ ਬੰਦਾ ਆਪਣੇ ਆਪ ਨੂੰ ਬੜਾ ਸੁਚੇਤ ਸਮਝਦਾ ਆ ਪਰ ਗੁਰੂ ਨੂੰ ਚੇਤੇ ਨਹੀਂ ਕਰਦਾ। ਹੁਣ ਵੇਖੋ ਸੁਚੇਤ ਹੋਣਾ ਤੇ ਬੜੀ ਚੰਗੀ ਗੱਲ ਹੈ ਪਰ ਗੁਰੂ ਸਾਹਿਬ ਕਹਿੰਦੇ ਵੀ ਜੇ ਤੇਰੀ ਜ਼ਿੰਦਗੀ ਵਿੱਚੋਂ ਗੁਰੂ ਨਿਕਲ ਜਾਏ ਤੇ ਤੇਰਾ ਸੁਚੇਤ ਹੋਣਾ ਵੀ ਖਤਰਨਾਕ ਹੈ। ਸ਼ਬਦ ਵੇਖਿਓ ਕਿੱਡਾ ਪਿਆਰਾ ਹੈ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਹੁਣ ਜਿਹੜਾ ਵੀ ਬੰਦਾ ਅੱਜ ਸਮਾਜ ਵਿੱਚ ਵਿਚਰਦਾ ਆ ਨਾ ਉਹ ਇੱਦਾਂ ਥੋੜ੍ਹੀ ਵੀ ਉਹ ਬੰਦਾ ਬੜਾ ਕਮਲਾ ਆ। ਮੰਨ ਲਓ ਵੀ ਜਿਵੇਂ ਲੀਡਰ ਨੇ, ਤੁਹਾਨੂੰ ਕੀ ਲੱਗਦਾ ਇਹ ਸੁਚੇਤ ਨਹੀਂ? ਕਿੰਨੇ ਸੁਚੇਤ ਨੇ। ਇਹ 5 ਸਾਲ ਝੂਠ ਬੋਲਦੇ ਨੇ, ਆਉਣ ਵਾਲੇ 5 ਸਾਲਾਂ 'ਚ ਇਹਨਾਂ ਕਿਹੜੇ ਝੂਠ ਬੋਲਣੇ, ਕਿਵੇਂ ਬੋਲਣੇ ਆ, ਪਹਿਲੀਆਂ ਗੱਲਾਂ ਤੁਹਾਡੇ ਦਿਮਾਗ 'ਚੋਂ ਕਿਵੇਂ ਕੱਢਣੀਆਂ ਉਹਦੀ ਪਲੈਨਿੰਗ ਕਰਦੇ ਨੇ। ਕਿੰਨੇ ਸੁਚੇਤ ਬੰਦੇ ਨੇ। ਪਰ ਗੱਲ ਕੀ ਹੈ ਵੀ ਗੁਰੂ ਨਾ ਚੇਤਨੀ, ਜੇ ਗੁਰੂ ਜੀਵਨ ਵਿੱਚ ਨਹੀਂ ਆਇਆ ਤੇ ਤੁਹਾਡਾ ਸੁਚੇਤਪੁਣਾ ਕਿਸੇ ਕੰਮ ਦਾ ਨਹੀਂ ਹੈ। ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਨਾ ਗਿਆਨੀ ਹੋਏ ਸੋ ਚੇਤੰਨ ਹੋਏ। ਚੇਤੰਨ ਹੋਣ ਦਾ ਅਰਥ ਹੈ ਵੀ ਅਸੀਂ ਜਿਹੜਾ ਵੀ ਕੰਮ ਕਰੀਏ ਨਾ, ਜਿਹੜਾ ਸਾਡਾ ਜ਼ਿੰਦਗੀ ਜਿਉਣ ਦਾ ਸਟਾਈਲ ਹੈ ਉਹ ਸਾਡਾ ਬਾਬੇ ਦੀ ਬਾਣੀ ਦੇ ਰਾਹੀਂ ਗੁਰੂਆਂ ਦੇ ਨਾਲ, ਸਾਡੇ ਗੁਰੂ ਸਾਹਿਬਾਨਾਂ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਸੋ ਉਸ ਤਰ੍ਹਾਂ ਦੀ ਗੱਲ ਜਦੋਂ ਬਾਣੀ ਵਿੱਚੋਂ ਤੁਸੀਂ ਪੜ੍ਹਦੇ ਹੋ, ਬਾਣੀ ਵਿੱਚੋਂ ਤੁਸੀਂ ਵੇਖਦੇ ਹੋ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਾਣੀ ਦੇ ਅੰਦਰੋਂ ਇਸ ਤਰ੍ਹਾਂ ਸਮਝ ਆਉਂਦੀਆਂ ਨੇ। ਪਰ ਹੋਇਆ ਕੀ ਹੈ ਵੀ ਅਸੀਂ ਹੌਲੀ ਹੌਲੀ ਸਾਰੇ ਸਿੱਖ ਸਮਾਜ ਨੇ ਜਾਂ ਸਾਡੀਆਂ ਜ਼ਿੰਮੇਵਾਰ ਜਿਹੜੇ ਅਹੁਦੇ ਨੇ ਜਾਂ ਜ਼ਿੰਮੇਵਾਰ ਜਿਹੜੇ ਬੰਦੇ ਨੇ ਉਹਨਾਂ ਨੇ ਸਾਨੂੰ ਕਰਮ ਕਾਂਡਾਂ ਵਿੱਚੋਂ ਕੱਢਣ ਦੀ ਬਜਾਏ ਸਾਨੂੰ ਛੱਡੋ। ਸਿੱਖ ਤਾਂ ਮੈਂ ਤਾਂ ਇਹ ਮੰਨਦਾ ਹੁੰਦਾ ਵੀ ਸਿੱਖ ਤਾਂ ਕਰਮ ਕਾਂਡ 'ਚ ਪੈਣਾ ਹੀ ਨਹੀਂ ਚਾਹੀਦਾ ਕਿਉਂਕਿ ਸਿੱਖ ਦਾ ਤਾਂ ਬੇਸ ਬਾਣੀ ਹੈ ਨਾ। ਸਿੱਖ ਦਾ ਤਾਂ ਜਨਮ ਬਾਣੀ ਵਿੱਚੋਂ ਹੁੰਦਾ ਹੈ, ਸਿੱਖ ਦੀ ਤਾਂ ਪਰਵਰਿਸ਼ ਬਾਣੀ ਕਰਦੀ ਹੈ। ਸਿੱਖ ਦਾ ਕਿਉਂਕਿ ਸਾਡੇ ਤਾਂ ਸੰਸਕਾਰ ਇੱਦਾਂ ਦੇ ਨੇ, ਅਸੀਂ ਤਾਂ ਬੱਚੇ ਦਾ ਨਾਮ ਵੀ ਗੁਰਦੁਆਰੇ ਜਾ ਕੇ ਰੱਖਦੇ ਹਾਂ ਹੁਕਮਨਾਮਾ ਲੈ ਕੇ, ਸਾਡੀ ਮਰਿਆਦਾ ਆ। ਜਿਹਦਾ ਬਾਣੀ ਬੇਸ ਆ ਉਹਦੀ ਜ਼ਿੰਦਗੀ 'ਚ ਕਰਮ ਕਾਂਡ ਨਹੀਂ ਹੋਣੇ ਚਾਹੀਦੇ। ਹੋਣਾ ਇਹ ਚਾਹੀਦਾ ਸੀ ਵੀ ਅੱਜ ਸਿੱਖ ਹੌਲੀ ਹੌਲੀ ਦੁਨੀਆ ਭਰ ਵਿੱਚੋਂ ਕਰਮ ਕਾਂਡ ਕੱਢ ਦਿੰਦੇ। ਪਰ ਦੁੱਖ ਇਹ ਵਾਪਰਿਆ ਵੀ ਸਿੱਖ ਵੀ ਕਰਮ ਕਾਂਡ ਕਰ ਰਿਹਾ ਆ। 2 ਦਿਨ ਆਪਾਂ ਇਸ ਟੌਪਿਕ ਤੇ ਗੱਲ ਕਰਦੇ ਸੀ ਵੀ ਕਾਇਆ ਦੀ ਆਰਤੀ, ਸਰੀਰ ਦੀ ਆਰਤੀ ਕਰਨ ਦੀ ਜਾਚ ਸਿੱਖ। ਇਹਦੇ ਅੰਦਰ ਗੁਣ ਪੈਦਾ ਕਰਨਾ ਜਿਹੜਾ ਆ ਉਹ ਦੀਵੇ ਜਗਾਉਣਾ ਆ ਤੇਰੇ ਵਾਸਤੇ। ਜਿਵੇਂ ਬਾਣੀ 'ਚ ਸ਼ਬਦ ਆਏਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਦੇ ਦੀਵਾ ਤੇਰਾ ਏਕ ਨਾਮ। ਤੇਰੇ ਨਾਮ ਮਤਲਬ ਸਮਝ, ਤੇਰੀ ਹੋਂਦ ਦਾ ਅਹਿਸਾਸ, ਤੇਰੇ ਹੋਂਦ ਨੂੰ ਮੈਂ ਦੀਵਾ ਬਣਾ ਲਿਆ। ਕੀ ਕੀਤਾ? ਦੁੱਖ ਵਿੱਚ ਪਾਇਆ ਤੇਲ। ਸਾਰੀਆਂ ਮੁਸੀਬਤਾਂ ਇਕੱਠੀਆਂ ਕਰਕੇ ਮੈਂ ਉਹਦੇ 'ਚ ਤੇਲ ਪਾਤਾ ਤੇਰੇ ਨਾਮ ਵਾਲੇ। ਜਦੋਂ ਤੇਰੀ ਸਮਝ ਲਈ ਆਪਣੀਆਂ ਸਾਰੀਆਂ ਪ੍ਰੋਬਲਮਾਂ ਤੇਰੇ ਚਰਨਾਂ 'ਚ ਢੇਰੀ ਕਰਤੀ। ਹੁਣ ਕੀ ਹੋਇਆ? ਜਿਵੇਂ ਜਿਵੇਂ ਉਹ ਦੀਵਾ ਬਲੇਗਾ ਉਵੇਂ ਉਵੇਂ ਮੇਰੀਆਂ ਪ੍ਰੋਬਲਮਸ, ਮੇਰੀਆਂ ਸਮੱਸਿਆਵਾਂ ਖਤਮ ਹੁੰਦੀਆਂ ਜਾਣਗੀਆਂ। ਸਮੱਸਿਆ ਖਤਮ ਹੋ ਜਾਏਗੀ, ਜ਼ਿੰਦਗੀ ਸੌਖੀ ਹੋ ਜਾਏਗੀ। ਕਿੰਨਾ ਸੁਖਾਲਾ ਜੀਵਨ ਹੋ ਸਕਦਾ ਸੀ ਸਿੱਖ ਦਾ। ਪਰ ਨਹੀਂ, ਐਸਾ ਨਹੀਂ ਹੋਇਆ। ਪਿੰਡਾਂ 'ਚ ਸਵੇਰੇ ਜਪਜੀ ਸਾਹਿਬ ਦਾ ਪਾਠ ਪੜ੍ਹਿਆ ਜਾ ਰਿਹਾ ਹੈ, ਸ਼ਾਮ ਨੂੰ ਸੋਦਰ ਦਾ ਪਾਠ ਪੜ੍ਹਿਆ ਜਾ ਰਿਹਾ। ਨਾ ਸਵੇਰੇ ਕੋਈ ਜਪਜੀ ਸਮਝ ਕੇ ਜ਼ਿੰਦਗੀ ਜੀ ਰਿਹਾ ਹੈ ਤੇ ਨਾ ਸ਼ਾਮ ਨੂੰ ਸੋਦਰ ਦੀ ਬਾਣੀ ਦੋਵੇਂ ਬਾਣੀਆਂ ਬੜੀਆਂ। ਹਾਲਾਂਕਿ ਬਾਣੀ ਦਾ ਹਰ ਇੱਕ ਪੱਖ, ਜਪ ਦਾ ਮਤਲਬ ਯਾਦ ਕਰਨਾ ਤੇ ਸੋਦਰ ਦਾ ਅਰਥ ਉਸ ਘਰ ਤੱਕ ਪਹੁੰਚਣਾ। ਸੋਦਰ ਉਹ ਘਰ, ਜਿਤ ਦਰ ਵਸੈ ਕਵਣ ਦਰ ਕਹੀਏ, ਦਰਾਂ ਭੀਤਰ ਦਰ ਕਵਣ ਲਹੈ। ਕਿਹੜਾ ਦਰ ਹੈ ਜਿੱਥੇ ਤੂੰ ਵਸਦਾ ਹੈ ਉਹ ਬਾਣੀ 'ਚ ਗੁਰੂ ਸਾਹਿਬ ਜੀ। ਫਿਰ ਅਸੀਂ ਕਹਿੰਦੇ ਹਾਂ ਵੀ ਸੋਦਰ ਉਹ ਰੱਬ ਦਾ ਦਰ। ਉਹ ਸਾਰੀਆਂ ਗੱਲਾਂ ਉਹਦੇ 'ਚ ਬੜੀਆਂ ਸੋਹਣੀਆਂ, ਜਿਹੜੀਆਂ ਬੜੀਆਂ ਖੂਬਸੂਰਤ ਸਮਝਾਈਆਂ ਗਈਆਂ। ਸੱਚੇ ਪਾਤਸ਼ਾਹ ਜੀ ਨੇ ਉਹਦੇ 'ਚ ਖੈਰ ਬੜਾ ਲੰਬਾ ਚੌੜਾ ਜ਼ਿਕਰ ਕੀਤਾ ਆ। ਤਾਂ ਅੱਜ ਦਾ ਜਿਹੜਾ ਸ਼ਬਦ ਆਪਾਂ ਪੜ੍ਹ ਰਹੇ ਸਾਂ, ਇਹ ਸ਼ਬਦ ਧਨਾਸਰੀ ਰਾਗ ਦੇ ਅੰਦਰ ਹੀ ਇਹ ਵੀ ਸ਼ਬਦ ਦਰਜ ਹੈ। ਹੁਣ ਕਰਮ ਕਾਂਡ ਸਾਡੇ 'ਚ ਕਿੱਦਾਂ ਆ ਗਏ? ਸਿੰਪਲ ਤੁਸੀਂ ਵੇਖੋ ਵੀ ਗੁਰੂ ਨਾਨਕ ਸਾਹਿਬ ਜੀ ਜਦੋਂ ਆਪਣੀਆਂ ਉਦਾਸੀਆਂ ਕਰਦੇ ਆ, ਯਾਤਰਾਵਾਂ ਕਰਦੇ ਆ, ਧਰਮ ਯਾਤਰਾ ਜਦੋਂ ਗੁਰੂ ਸਾਹਿਬ ਜੀ ਨੇ ਆਰੰਭੀਆਂ ਤੇ ਉਹਨਾਂ ਆਪਣੀਆਂ ਧਰਮ ਯਾਤਰਾਵਾਂ ਦੇ ਵਿੱਚ ਜਦੋਂ ਸੱਚੇ ਪਾਤਸ਼ਾਹ ਜੀ ਪਹਿਲੀ ਯਾਤਰਾ ਜਿਹੜੀ ਕਰਦੇ ਆ ਤੇ ਉਹ ਹਿੰਦੂ ਤੀਰਥਾਂ ਤੇ ਕਰਦੇ ਆ। ਕਿਉਂਕਿ ਉਸ ਵੇਲੇ ਭਾਰਤ ਵਿੱਚ ਸਭ ਤੋਂ ਵੱਧ ਜਿਹੜਾ ਆ ਰੱਬ ਦੇ ਨਾਂ ਤੇ ਗੁੰਮਰਾਹ ਕਰਨ ਵਾਲਾ ਬੋਲਬਾਲਾ ਪੈਦਾ ਹੋ ਰਿਹਾ ਉਹ ਹਿੰਦੂ ਤੀਰਥਾਂ ਤੋਂ ਹੋ ਰਿਹਾ। ਕਿਉਂਕਿ ਭਾਰਤ ਵਿੱਚ ਇਹ ਤੀਰਥ ਬਹੁਤ ਜ਼ਿਆਦਾ ਸਨ। ਭਾਵੇਂ ਉਹਦੇ 'ਚ ਹਰਿਦੁਆਰ ਹੈ, ਭਾਵੇਂ ਉਹਦੇ 'ਚ ਸੱਚੇ ਪਾਤਸ਼ਾਹ ਜੀ ਜਗਨਨਾਥਪੁਰੀ ਜਾਂਦੇ ਨੇ, ਜਾਂ ਉਹਦੇ 'ਚ ਨਾਨਕ ਮਤਾ ਜਿਹੜਾ ਆ ਯੂਪੀ ਦੇ ਵਿੱਚ ਜਗ੍ਹਾ ਪੈਂਦੀ ਹੈ ਉਸ ਜਗ੍ਹਾ ਤੇ ਗੁਰੂ ਸਾਹਿਬ ਜੀ ਜਾਂਦੇ ਨੇ, ਬਨਾਰਸ ਗੁਰੂ ਸਾਹਿਬ ਜੀ ਜਾਂਦੇ ਨੇ, ਗੁਜਰਾਤ ਗੁਰੂ ਸਾਹਿਬ ਜੀ ਜਾਂਦੇ ਨੇ।
ਇਹ ਸਾਰਿਆਂ ਥਾਵਾਂ ਤੇ। ਉਹਦੇ ਵਿੱਚੋਂ ਉੜੀਸਾ ਦੇ ਵਿੱਚ ਜਗਨਨਾਥਪੁਰੀ ਪਹੁੰਚਦੇ ਆ, ਉੱਥੇ ਉਹ ਦੀਵਿਆਂ ਦੇ ਨਾਲ ਜਿਹੜੀ ਹੈ ਥਾਲੀ ਵਿੱਚ ਰੱਖ ਕੇ ਦੀਵੇ ਤੇ ਆਰਤੀ ਕਰਦੇ ਸੀ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਆਰਤੀ ਵਿੱਚ ਸ਼ਾਮਲ ਹੋਣਾ ਠੀਕ ਨਹੀਂ ਸਮਝਿਆ। ਮਹਾਰਾਜ ਤਰੀਕਾ ਇੱਕ ਸੱਚੇ ਪਾਤਸ਼ਾਹ ਜੀ ਦਾ ਨਹੀਂ ਸ਼ਾਮਲ ਹੋਏ। ਤੇ ਉੱਥੋਂ ਦੇ ਪੁਜਾਰੀਆਂ ਨੇ ਸਵਾਲ ਕੀਤਾ ਵੀ ਬਾਬਾ ਤੂੰ ਧਾਰਮਿਕ ਬੰਦਾ ਆ ਤੇ ਅਸੀਂ ਰੱਬ ਦੀ ਆਰਤੀ ਕਰ ਰਹੇ ਸੀ, ਤੂੰ ਸ਼ਾਮਲ ਨਹੀਂ ਹੋਇਆ। ਤੇ ਮੇਰੇ ਬਾਬੇ ਨੇ ਬੜੇ ਪਿਆਰ ਨਾਲ ਸਵਾਲ ਕੀਤਾ, ਕਹਿੰਦੇ ਵੀ ਤੁਸੀਂ ਰੱਬ ਦੀ ਆਰਤੀ ਕਰਦੇ ਸੀ? ਕਹਿੰਦੇ ਹਾਂ। ਕਹਿੰਦੇ ਰੱਬ ਕਿੱਥੇ ਹੈ? ਕਹਿੰਦੇ ਉਹ ਹੈ। ਕਹਿੰਦੇ ਇਹਨੂੰ ਕਿਹਨੇ ਬਣਾਇਆ? ਕਹਿੰਦੇ ਇਹਨੂੰ ਕਾਰੀਗਰ ਨੇ ਬਣਾਇਆ। ਕਹਿੰਦੇ ਜਿਹੜੇ ਕਾਰੀਗਰ ਨੇ ਰੱਬ ਬਣਾਇਆ ਉਹ ਕਾਰੀਗਰ ਕਿੱਡਾ ਮਹਾਨ ਹੋਣਾ। ਮੈਨੂੰ ਤਾਂ ਐਂ ਲੱਗਦਾ ਵੀ ਉਹ ਕਾਰੀਗਰ ਮਿਲ ਜਾਏ ਤੇ ਮੈਂ ਉਹਦੇ ਪੈਰੀਂ ਹੱਥ ਲਾਵਾਂ ਜਿਹਨੇ ਰੱਬ ਬਣਾਇਆ। ਹੁਣ ਇਹ ਗੱਲ ਉਸ ਵੇਲੇ ਜਗਨਨਾਥਪੁਰੀ 'ਚ ਕਰਨੀ ਅੱਜ ਵੀ ਨਹੀਂ ਕਰ ਸਕਦੇ, ਉਸ ਵੇਲੇ ਕਰਨੀ ਤਾਂ ਬਹੁਤ ਔਖੀ ਸੀਗੀ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਤਾਂ ਇਹ ਸੁਭਾਵਿਕ ਗੱਲ ਹੈ ਵੀ ਰੌਲਾ ਵੀ ਇਹਦਾ ਪਿਆ ਹੋਏਗਾ। ਇਹ ਤਾਂ ਹੈ ਨਹੀਂ ਵੀ ਸਾਰਿਆਂ ਨੇ ਉਸ ਵੇਲੇ ਹੱਥ ਜੋੜਦੇ ਹੋਣਗੇ। ਤੁਸੀਂ ਕਿਸੇ ਚੀਜ਼ ਨੂੰ ਲੰਮੀ ਚੀਜ਼ ਤੁਰੀ ਆਉਂਦੀ ਨੂੰ ਅੱਜ ਸਿੱਖਾਂ ਦੇ ਵਿੱਚ ਹੋ ਰਿਹਾ ਕਰਮਕਾਂਡ ਦੀ ਗੱਲ ਕਰਦੇ ਹਾਂ ਤੇ ਸਿਰਦਿਆਂ ਵਾਲਾਂ ਨੂੰ ਸਾਡੇ ਬੰਦੇ ਆਉਂਦੇ ਨੇ। ਤੇ ਅੱਜ ਤੋਂ 500 ਸਾਲ ਪਹਿਲਾਂ ਕਿਸੇ ਧਰਮ ਵਿੱਚ ਕਰਮਕਾਂਡ ਹੋ ਰਿਹਾ ਹੋਵੇ ਉਹਦੇ ਬਾਰੇ ਕੋਈ ਗੱਲ ਕਰੇ ਤੇ ਸਾਰੇ ਹੀ ਉਹਨੂੰ ਸਹਿਮਤ ਹੋ ਜਾਣੇ, ਸੌਖੀ ਗੱਲ ਨਹੀਂ ਸੀ। ਔਰ ਦੋ ਹੀ ਜਾਣੇ ਸਨ, ਬਹੁਤਾ ਕੋਈ ਲਾਹੋ ਲਸ਼ਕਰ ਨਹੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ, ਕੋਈ ਬਹੁਤਾ ਅਮਲਾ ਫੈਲਾ ਨਹੀਂ ਉਹਨਾਂ ਦੇ ਕੋਲ, ਬਹੁਤਾ ਕੋਈ ਲਾਮ ਲਸ਼ਕਰ ਨਹੀਂ ਲੈ ਕੇ ਗਏ ਸਨ ਵੀ ਉਹਨਾਂ ਨੇ ਬੜੀ ਪਾਵਰ ਹੋਣੀ ਹੈ ਉਹਨਾਂ ਕੋਲ ਜਿਹਦੇ ਨਾਲ ਉਹਨਾਂ ਨੇ ਗੱਲ। ਹਾਂ, ਉਹਨਾਂ ਕੋਲ ਜਿਹੜਾ ਸੈਲਫ ਕੌਨਫੀਡੈਂਸ ਹੈ, ਜਿਹੜਾ ਉਹਨਾਂ ਦਾ ਆਪਣਾ ਭਰੋਸਾ ਹੈ, ਜਿਹੜੇ ਉਹਨਾਂ ਦੇ ਕੋਲ ਆਪਣੇ ਕੋਲ ਲਿਆਕਤ ਹੈ, ਉਹਦੇ ਆਸਰੇ ਤੇ ਗੱਲ ਕਹਿਤੀ ਉਹਨਾਂ ਨੇ। ਜਦੋਂ ਇਹ ਗੱਲ ਕਹੀ ਤਾਂ ਬਹੁਤੇ ਪਰੇਸ਼ਾਨ ਹੋਏ ਤੇ ਬਹੁਤਿਆਂ ਦੇ ਮੱਥੇ ਤੇ ਇੱਦਾਂ ਮਤਲਬ ਇੱਦਾਂ ਠਣਕਿਆ ਮੱਥਾ ਕਈਆਂ ਦਾ ਵੀ ਗੱਲ ਤਾਂ ਸੋਚਣ ਵਾਲੀ ਹੈ ਬਾਬੇ ਦੀ ਵੀ ਇਹ ਬਣਾਉਣ ਵਾਲਾ ਤੇ ਫਿਰ ਵੱਡਾ ਹੋਇਆ ਨਾ ਜਿਹਨੇ ਰੱਬ ਨੂੰ ਬਣਾਇਆ। ਹੁਣ ਉਹ ਕਹਿੰਦੇ ਬਾਬੇ ਨਾਨਕ ਨੇ ਦੂਜਾ ਸਵਾਲ ਨਾਲ ਹੀ ਕੀਤਾ ਵੀ ਜਿਹਨੇ ਰੱਬ ਬਣਾਇਆ ਮੈਨੂੰ ਇਹ ਦੱਸੋ ਪਹਿਲੀ ਗੱਲ ਵੀ ਇਹ ਤਾਂ ਰੱਬ ਕੰਪਲੀਟ ਹੀ ਨਹੀਂ ਤੁਹਾਡਾ, ਕਿਉਂਕਿ ਜਗਨਨਾਥਪੁਰੀ ਜਿਹੜੀ ਮੂਰਤੀ ਉਹ ਇਤਿਹਾਸ ਲੰਬਾ ਚੌੜਾ ਹੈ, ਉਹਦੀਆਂ ਬਾਹਾਂ ਹੈ ਨਹੀਂ, ਉਹ ਬਾਹਾਂ ਤੋਂ ਟੁੰਡਾ ਹੈ। ਤਾਂ ਹੀ ਤੇ ਸਿੱਖ ਇਤਿਹਾਸ ਵਿੱਚ ਆਉਂਦਾ ਨਾ ਵੀ ਜਗਨਨਾਥ ਕੋ ਟੁੰਡਾ ਪੱਖ ਹੈ। ਜਦੋਂ ਸਿੱਖਾਂ ਨੂੰ ਡਰਾਉਣ ਦੀ ਗੱਲ ਕਰਦੇ ਆ ਵੀ ਸਿੱਖ ਡਰਦੇ ਨਹੀਂ ਕਿਸੇ ਗੱਲ ਤੋਂ, ਤੇ ਉਸ ਵੇਲੇ ਸਾਡੇ ਵਿਰੋਧੀ ਸਾਡੇ ਬਾਰੇ ਗੱਲਾਂ ਕਰਦੇ ਵੀ ਇਹਨਾਂ ਨੇ ਕਿਹਦੇ ਤੋਂ ਡਰਨਾ, ਤੇ ਜਗਨਨਾਥ ਨੂੰ ਟੁੰਡਾ ਕਹਿੰਦੇ ਨੇ। ਬਾਬੇ ਨੇ ਕਿਹਾ ਵੀ ਇਹ ਜਿਹੜਾ ਰੱਬ ਤੁਸੀਂ ਬਣਾਇਆ ਤਾਂ ਟੁੰਡਾ ਆ, ਇਹ ਤਾਂ ਹੱਥ ਪੈਰ ਹੈ ਨਹੀਂ, ਹੱਥ ਹੈ ਨਹੀਂ, ਇਹਦੇ ਹੱਥ ਨਹੀਂ ਬਣਾਏ ਉਹਨੇ। ਉਹ ਕਹਾਣੀ ਲੰਬੀ ਹੈ ਵੀ ਉਹਦੇ ਹੱਥ ਕਿਉਂ ਨਹੀਂ, ਆਪਾਂ ਫਿਰ ਗੱਲ ਕਰਾਂਗੇ ਕਿਉਂਕਿ ਸਮੇਂ ਵਿੱਚ ਰਹਿਣਾ ਜ਼ਰੂਰੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਇਹ ਸਵਾਲ ਕੀਤੇ ਤੇ ਆਰਤੀ ਕਰਨ ਵਾਲੇ ਬਹੁਤੇ ਬੰਦੇ ਬਾਬੇ ਦੇ ਵਿਰੋਧ ਵਿੱਚ ਹੋ ਗਏ ਤੇ ਕੁਝ ਬੰਦੇ ਬਾਬੇ ਨਾਨਕ ਦੇ ਨਾਲ ਵੀ ਖੜ ਗਏ ਕਿ ਗੱਲ ਬਾਬੇ ਨਾਨਕ ਦੀ ਠੀਕ ਹੈ। ਹੁਣ ਤੁਸੀਂ ਵੇਖੋ ਵੀ ਉਹਨਾਂ ਨੂੰ ਕਹਿੰਦੇ ਵੀ ਇਹ ਜਿਹੜੀ ਤੁਸੀਂ ਆਰਤੀ ਕਰਦੇ ਹੋ ਇਹ ਤਾਂ ਇੱਕ ਮਹਿਜ ਇੱਕ ਡਰਾਮਾ ਆ, ਇੱਕ ਪਖੰਡ ਹੈ, ਇਹ ਇੱਦਾਂ ਰੱਬ ਦੀ ਆਰਤੀ ਨਹੀਂ ਹੁੰਦੀ। ਜਿਸ ਰੱਬ ਨੂੰ ਤੁਸੀਂ ਆਰਤੀ ਕਰਨੀ ਚਾਹੁੰਦੇ ਹੋ, ਜਿਸ ਰੱਬ ਦੀ ਆਰਤੀ ਦੀ ਗੱਲ ਕਰਦੇ ਹੋ, ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਜੇ ਉਹਨੂੰ ਮੰਨਦੇ ਹੋ, ਜਗਤ ਦਾ ਰਚਨਹਾਰ ਉਹਨੂੰ ਮੰਨਦੇ ਹੋ, ਤੇ ਉਹਦੀ ਆਰਤੀ ਜਿਹੜੀ ਹੈ ਉਹ ਨਿੱਕੀ ਜਿਹੀ ਥਾਲੀ ਨਾਲ ਥੋੜ੍ਹੀ ਹੋ ਜਾਣੀ। ਉਹ ਸ਼ਬਦ ਸਾਰੇ ਅਸੀਂ ਧਨਾਸਰੀ ਰਾਗ ਵਿੱਚ ਹੀ ਸ਼ਬਦ ਹੈ ਗਗਨ ਮੈਂ ਥਾਲ, ਪਰ ਗੁਰੂ ਗ੍ਰੰਥ ਸਾਹਿਬ 'ਚ ਇਹ ਸ਼ਬਦ 2 ਵਾਰ ਆਉਂਦਾ ਹੈ। ਜਦੋਂ ਸੋਹਿਲਾ ਬਾਣੀ ਸੋਦਰ ਬਾਣੀ ਤੋਂ ਬਾਅਦ 'ਚ ਆਉਂਦੀ ਉੱਥੇ ਵੀ ਇਹ ਸ਼ਬਦ ਦਰਜ ਹੈ। ਸਾਰਾ ਸ਼ਬਦ ਸਰੋਤਿਆਂ ਦੇ ਧਿਆਨ ਵਿੱਚ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਕੱਲ੍ਹ ਵੀ ਆਪਾਂ ਇਹਦੀ ਥੋੜ੍ਹੀ ਜਿਹੀ ਗੱਲ ਕੀਤੀ ਸੀ ਵੀ ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਤੇਰੀ ਆਰਤੀ ਕਿਵੇਂ ਦੀ ਹੋਵੇ, ਤੇ ਕਹਿੰਦੇ ਆਰਤੀ ਤੇਰੀ ਐਵੇਂ ਦੀ ਹੋਵੇ ਅਨਹਤਾ ਸ਼ਬਦ ਵਾਜੰਤ ਭੇਰੀ, ਹਰ ਵੇਲੇ ਸ਼ਬਦ ਦਾ ਵਾਜਾ ਸਾਡੇ ਅੰਦਰ ਵੱਜਦਾ ਰਵੇ। ਹੁਣ ਇਹ ਸਿੱਖਾਂ 'ਚ ਵੀ ਕਰਮਕਾਂਡ ਆ ਗਿਆ ਵੀ ਜਦੋਂ ਤੁਸੀਂ ਬਹੁਤ ਲੰਮਾ ਸਮਾਂ ਪ੍ਰੈਕਟਿਸ ਕਰਦੇ ਆ ਤਾਂ ਤੁਹਾਡੇ ਅੰਦਰ ਇੱਕ ਵਾਜਾ ਵੱਜ ਪੈਂਦਾ ਹੈ। ਨਹੀਂ, ਵਾਜਾ ਇੱਦਾਂ ਨਹੀਂ ਕੋਈ ਵੱਜਣਾ। ਵਾਜਾ ਵੱਜਣ ਦਾ ਅਰਥ ਹੈ ਵੀ ਲਛਮਣ ਸਿੰਘ ਧੀਰੋਵਾਲ ਦੇ ਦਿਮਾਗ 'ਚ ਵੱਜ ਗਿਆ ਵਾਜਾ ਵੀ ਯਾਰ ਸਾਡੇ ਗੁਰਦੁਆਰੇ ਗੁਲਾਮ ਨੇ ਸਾਡੇ ਜੀਣ ਖੁਣੋ ਕੀ ਥੁਰੇ, ਇਹਨੂੰ ਕਹਿੰਦੇ ਵਾਜਾ ਵੱਜਣਾ। ਜਿੱਦਣ ਪੰਜਾਬ ਭਰ ਦੇ ਮੈਂ ਕਹਿੰਦਾ ਵੀ ਇੱਕ ਪਿੰਡ 'ਚੋਂ 5 ਬੰਦਿਆਂ ਦੇ ਦਿਮਾਗ 'ਚ ਇੱਦਾਂ ਆ ਜਾਏ, 10 ਦੇ ਆ ਜਾਏ, ਪੰਜਾਬ ਦੇ 50 ਬੰਦਿਆਂ ਦੇ ਦਿਮਾਗ 'ਚ ਇੱਦਾਂ ਆ ਗਿਆ ਨਾ, 100 ਦੇ ਇੱਦਾਂ ਆ ਗਿਆ ਵੀ ਸਾਡਾ ਪੰਜਾਬ ਗੁਰਾਂ ਦਾ ਪੰਜਾਬ ਤੁਰ ਕਿਸ ਬੰਨੇ ਪਿਆ, ਤੇ ਦਿਨ ਰਾਤ ਇੱਕ ਕਰਤੀ। ਸਟੇਟਮੈਂਟਾਂ ਨਾਲ ਨਹੀਂ, ਬਹੁਤ ਸੌਖਾ। ਮੈਂ ਵੀ ਸਟੇਟਮੈਂਟ ਹੀ ਦੇ ਰਿਹਾ, ਇੱਥੇ ਬਹਿ ਕੇ ਸਟੇਟਮੈਂਟ ਦੇਣੀ ਬਹੁਤ ਸੌਖੀ ਹੈ, ਮੈਂ ਵੀ ਦੇ ਰਿਹਾ, ਹੋਰ ਵੀ ਕੋਈ ਦੇ ਦੇਗਾ। ਜਿੱਦਣ ਸਾਨੂੰ ਅਹਿਸਾਸ ਹੋ ਗਿਆ ਔਰ ਅਸੀਂ ਲੱਕ ਬੰਨ ਲਿਆ ਵੀ ਅਸੀਂ ਆਪਣੇ ਪੰਜਾਬ ਨੂੰ ਸਾਡੇ ਗੁਰਾਂ ਦੇ ਉਸ ਜਿਹੜਾ ਨਕਸ਼ਾ ਗੁਰੂ ਸਾਹਿਬ ਜੀ ਦੇ ਮਾਈਂਡ ਵਿੱਚ ਹੈ, ਜਿਹੜਾ ਨਕਸ਼ਾ ਗੁਰੂ ਸਾਹਿਬ ਜੀ ਚਿੱਤ ਵਧਿਆ ਔਰ ਬਾਣੀ ਦੇ ਰਾਹੀਂ ਉਹ ਸਾਨੂੰ ਦੇ ਜਾਂਦੇ ਆ, ਉਹੋ ਜਿਹਾ ਪੰਜਾਬ ਬਣਾਉਣ ਲਈ ਜਿੱਦਣ ਪੰਜਾਬ ਭਰ ਵਿੱਚ 100 ਬੰਦੇ ਤੁਰ ਪਏ, 500 ਬੰਦਾ ਤੁਰ ਗਿਆ, ਮੈਂ ਕਹਿੰਦਾ 100 ਹੀ ਬਹੁਤ। ਅਸੀਂ ਬਾਬੇ ਨਾਨਕ ਦੀ ਗੱਲ ਕਰਦੇ ਹਾਂ ਵੀ ਉਹ ਇਕੱਲਾ ਹੀ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰ ਪਏ, ਤੇ ਉਹਨਾਂ ਨੇ ਬਹੁਤ ਵੱਡੀ ਕ੍ਰਾਂਤੀ ਦੁਨੀਆ ਵਿੱਚ ਲਿਆਂਦੀ ਹੈ। ਤੇ ਅਸੀਂ ਇਕੱਲੇ ਪੰਜਾਬ ਵਿੱਚ ਕਿਉਂ ਨਹੀਂ?
ठीक है अज का लीडर सिस्टम गंदा हो सकता, पर जे असी ईमानदार होइए, गल यह है भी साडा सारे दा सारा जिहड़ा सिस्टम है असी खुद ईमानदार नहीं हाँ। असी स्टेटमेंट देण तो सिवाए, असी शब्द वरतण तो सिवाए, असी सिर्फ ओपीनियन देण तो सिवाए, असी अपना आइडिया देण तो सिवाए कुछ करना नहीं चाहते। जिद्दण तुसी करन वाले बन्ने तुरोगे ना, आइडिया नहीं दिता गुरु साहब जी ने उस वेले ननकाना साहब की धरती ते बह के भी जगन्नाथपुरी च ऐ होना चाहिए, गुरु साहब चल पे उत्थे उस जगह ते जाके उन्होंने कहा भी तुसी आ तां गलत कर। आइडिया नहीं दिता भी हरिद्वार च ऐ होना चाहिए, ये आइडिया नहीं दिते जाते भी एक जगह ते बह के स्टेटमेंट देती भी हरिद्वार इदां दा चाहिए, ऐ होना चाहिए, इदां नहीं। गुरु साहब जी आप चल के जाते हैं, इनू कहते हैं शब्द दा बचना। पर किड्डी बदकिस्मती वाली गल है भी जेड़े उस वेले दे कर्म कांड नूं दूर करदे शब्द वरते गए, अज गुरु ग्रंथ साहब 5 तख्तां चों 2 तख्तां ते अज इहो ही शब्द पढ़ के गुरु ग्रंथ साहब जी दे सामने थाली फड़ के आरती की जाती है। बहुत थावां ते की जाती है, पर 5 तख्तां चों 2 तख्तां ते की जाती है। पिछे जे गल चली सी भी रहत मर्यादा डेरियां च भी लागू होनी चाहिए है, ते आनंदपुर वाले सिंह साहब होना दी यह कहा सी भी असी कोशिश करांगे भी डेरियां दे विच भी रहत मर्यादा लागू हो। मैं हथ जोड़ अपील करदा, जे सच्ची मुच्ची कौम नूं प्यार करदे हो ना, तुहाडी स्टेटमेंट जे तो गली स्टेटमेंट है फिर तो ठीक है, देती अखबार छप गई, अगले दिन अखबार चुक के वेख ली भी साडी खबर लगी, इन्ना तो बहुत वधिया आ। पर जे असी चाहुंदे आ सही अर्थां च चाहुंदे हो तो लक बन के किते तुसी ये कहो भी असी 5 तख्तां तो घट्टो घट अकाल तख्त दी रहत, अकाल तख्त महान है, 5 तख्तां वास्ते ही महान है, ते 5 तख्तां ते घट्टो घट इदां होवे भी असी ये अकाल तख्त की रहत मर्यादा लागू कर दईए, असी 5 तख्तां ते घट्टो घट इस मर्यादा नूं लागू करिए। पर नहीं होण देणगे। सांझां बड़ियां नाल टुटणियां आ, यारियां बड़ियां नाल टुटणियां आ, बड़ियां ने नाराज हो जाना है, बड़े खाकी निकरां वालियां ने दुखी हो जाना इस गल तो। जदों तुसीं लागू करन तुरना आ, तुसीं सिख नाराज कर लैणे, तुसीं खाकी निकरां वाले नाराज नहीं ना करने, तुसीं उन्हां दी नाराजगी नहीं ना झल सकदे, सिखां दी नाराजगी झल सकदे हो। साडे वर्गे प्रचारक विचारे बैठे दवाइयां देई जाणगे भी लागू कर दो, तुसीं थोड़ी लागू करना है। पिंडां 'च जाके दवाइयां दे रहत मर्यादा जदों विखाई दी है ते अगले कहंदे ये कित्थे शब्द, असीं कहंदे अकाल तख्त तो, कहंदे उन्हां ने दस्सी नहीं कदे। सो जे चाहुंदे आ असीं तां इदां इस गल नूं भी समझण दा यतन करिए, पर बदकिस्मती इदां होएगा नहीं, असीं सिर्फ स्टेटमेंट ही कई बार दिंदे हुंदे आ। ते अज दा जिहड़ा शब्द है आपां उस बन्ने आईए, क्योंकि समय दी जिहड़ी सीमा आ वो सानूं कई बार थोड़ा जिहा मोड़ लिआउंदी वापस। बहुत कुछ ऐसा वेखिया जा सकदा है। मेरे नौजवान वीरों, पढ़े लिखे वर्ग दे चरनां 'च अपील हथ जोड़ के करीदी है, तुसीं पढ़े लिखे हो, समझदे हो गल नूं, कोशिश करो अपने आले दुआले विच, अपने पिंडां विच थोड़ी थोड़ी शमूलीयत करो। जिथे किते नौजवानों की शमूलीयत वो अपने ढंग नाल, हुशियारपुर दे इलाके च जौड़ा पिंड है, उत्थे नौजवान वीर गुरुद्वारे का प्रबंध संभालते हैं, तो वो जाण का मौका मिलता बड़े सौखे ढंग नाल, हौली हौली तरीके नाल। हुण कई बार तां उन्हां वीरां दा अपना ही ढंग है, वो जिहड़ी चीज़ उन्होंने लोगों के दिमाग चों कढ़नी है ना, वो जदों सानूं मिलदे हुंदे आ गल करदे हुंदे भी असीं हौली हौली अपने ढंग नाल भी ये चीज़ पुरानी हो गई, इहनूं नवीं बना लैंदे आ, पुरानी ढा दित्ती, नवीं फिर हौली हौली बनाउणी नहीं, आपे लोकां दे दिमाग चों निकल जांदी है। सो उन्हां वीरां दा अपना एक ढंग है। इदां ही पढ़िया लिखिया वर्ग जदों अगे आएगा तो वो इन्हां सारियां चीज़ां नूं समझणगे, तां वो हौली हौली इन्हां सारियां चीज़ां नूं समाज दे विचों दूर कीता जा सकदा, ते गुरु नानक साहब जी दी जिहड़ी छाप है वो समाज दे सामने लिआंदी जा सकदी है। सानूं यतनशील होना चाहिए। मैं गल करदा सी भी आरती गुरु ग्रंथ साहब जी दे सामने उही शब्द जिहड़ा बाबा कहंदा भी ओहदी आरती वास्ते तां गगन थाल है, भाव के आकाश थाल है, रव चंद ओहदे च दीवे ने, सूरज ते चंद्रमा ओहदे च दीवे ने, ओहदी आरती थाली नाल नहीं हुंदी। सिख कहंदे लै बाबा तेरी आरती थाली नाल करांगे। किड्डा वड्डा मजाक है, किड्डी वड्डी ये सच्ची मुच्ची सिੱਖੀ दे नां ते जां असीं श्रेष्ठ विचारधारा के नाँ ते गुरु नानक साहब जी के नाल ही जिहड़ा है वो मजाक करते। तो गरीब निवास सच्चे पातशाह जी इस करके गल करते आ भी जे आपां इस लहजे च, इस संदर्भ में बाणी नूं समझण दा यतन सारे जे करिए। तो हुण उत्थे आरती शब्द आ गया, कैसी आरती, फिर आरती करन लग पे। बदकिस्मती वेखो, जिहड़ा कल आपां भी शब्द पढ़दे सां भी परमात्मा की आरती जिहड़ी है उन्होंने घ्यो चढ़ाउणा, उन्होंने दीवे जगाउणे,
ਆਪਣੇ ਅੰਦਰ परमात्मा ਦੇ ਬਲਿਹਾਰ ਜਾਣਾ ਆ, ਆਪਣੇ ਅੰਦਰ परमात्मा ਨੂੰ ਖੁਸ਼ ਕਰਨਾ ਆ। ਇਹ ਆਰਤੀ ਹੈ ਰੱਬ ਜੀ ਦੀ। ਉੱਥੇ ਸ਼ਬਦ ਆਰਤਾ ਆ ਗਿਆ। ਹੁਣ ਆਰਤਾ ਦੇ ਅਰਥ ਵੀ ਨਹੀਂ ਵੇਖੇ ਵੀ ਆਰਤਾ ਦਾ ਅਰਥ ਜਾਚਕ ਹੈ, ਮੰਗਤਾ ਆ, ਪਰ ਆਰਤੀ ਨਾਲ ਜੁੜਦਾ ਸੀ, ਨਾਲ ਆਰਤਾ ਸ਼ਬਦ ਲੈ ਲਿਆ। ਤੇ ਇਹ ਸ਼ਬਦ ਵੀ ਸਾਡੇ ਰਾਗੀ ਵੀਰ, ਉਹਨਾਂ ਨੂੰ ਹੱਥ ਜੋੜ ਅਪੀਲ, ਮੇਰੇ ਰਾਗੀ ਭਰਾਵਾਂ ਨੂੰ ਬੇਨਤੀ ਆ, ਭਰਾਓ ਤੁਸੀਂ ਥੋੜਾ ਜਿਹਾ ਸਮਝਿਆ ਕਰੋ, ਭਰਾਓ ਸਾਡੇ, ਸਾਨੂੰ ਇਦਾਂ ਨਹੀਂ ਵੀ ਤੁਹਾਡੇ ਨਾਲ ਕੋਈ ਗਿਲਾ ਆ, ਪਰ ਰਾਗੀ ਵੀਰਾਂ ਨੂੰ ਬੇਨਤੀ ਹੈ ਵੀ ਘੱਟੋ ਘੱਟ ਸ਼ਬਦਾਂ ਦਾ ਤਾਲਮੇਲ ਹੀ ਠੀਕ ਰੱਖ ਲਿਆ ਕਰੋ। ਇੱਕ ਬੰਨੇ ਤਾਂ ਗੋਪਾਲ ਤੇਰੀ ਆਰਤੀ ਦਾ ਖੰਡਨ ਹੋ ਰਿਹਾ ਆ, ਉਹਦੇ ਨਾਲ ਆਰਤਾ ਦਾ ਅਰਥ ਹੈ ਮੰਗਤਾ, ਜਾਚਕ। ਧੰਨਾ ਜੀ ਕਹਿੰਦੇ ਮੈਂ ਤੇਰੇ ਦਰ ਦਾ ਮੰਗਤਾ ਆ, ਪਰ ਅਸੀਂ ਆਰਤੀ ਨਾਲ ਆਰਤਾ ਮਿਲ ਗਿਆ, ਸ਼ਬਦ ਪੜ੍ਹ ਲਿਆ ਉੱਥੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ। ਤਾਂ ਸਮਝਦੇ ਜਿਹੜੇ ਜਨ ਤੇਰੀ ਭਗਤੀ ਕਰਦੇ ਨੇ। ਹੁਣ ਭਗਤ ਬਾਣੀ 'ਚ 3 ਸਰੂਪ ਭਗਤ ਦੇ ਆਉਂਦੇ ਆ, ਸਿਹਾਰੀ ਨਾਲ ਆਉਂਦਾ ਆ, ਮੁਕਤਾ ਆਉਂਦਾ ਆ, ਔਂਕੜ ਨਾਲ ਆਉਂਦਾ, ਤੇ ਤਿੰਨਾਂ ਸਰੂਪਾਂ ਦੇ ਅਰਥ ਅਲੱਗ-ਅਲੱਗ ਨੇ। ਇੱਥੇ ਸ਼ਬਦ ਸਿਹਾਰੀ ਨਾਲ, ਜਦੋਂ ਸਿਹਾਰੀ ਨਾਲ ਸ਼ਬਦ ਆਏਗਾ ਉਹਦਾ ਅਰਥ ਹੋਏਗਾ ਭਗਤੀ। ਜਿਹੜੇ ਜਨ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਤੂੰ ਕਾਰਜ ਸਵਾਰਦਾ ਹੈ। ਹੁਣ ਕਾਰਜ ਸਵਾਰਨ ਦਾ ਅਰਥ ਮੰਨ ਲਓ ਵੀ ਜੇ ਤਾਂ ਆਪਾਂ ਇਦਾਂ ਕਰਨਾ ਵੀ ਮੇਰਾ ਬਿਜ਼ਨਸ ਵਧੀਆ ਚੱਲੇ, ਫਿਰ ਤਾਂ ਇਹ ਸੌਦਾ ਹੋ ਜਾਊਗਾ ਨਾ ਬਹੁਤ। ਇਹ ਠੀਕ ਹੈ ਵੀ ਜਦੋਂ ਤੁਸੀਂ ਰੱਬ ਦੀ ਭੈ ਭਾਵਨੀ 'ਚ ਚੱਲੋਗੇ ਤੇ ਸਾਡੇ ਬਿਜ਼ਨਸ ਵੀ ਠੀਕ ਚੱਲਣਗੇ, ਉਹ ਸਾਰਾ ਕੁਛ ਓਕੇ ਹੈ। ਪਰ ਇਦਾਂ ਨਾ ਕਰੀਏ ਆਪਾਂ ਵੀ ਸਾਡੇ ਕਾਰੋਬਾਰ ਠੀਕ ਚੱਲਣ। ਸਾਡੇ ਕਾਰੋਬਾਰ ਵਾਸਤੇ ਜਿਹੜਾ ਰੱਬ ਦੀ ਭਗਤੀ ਵਿੱਚ ਜੁੜਦਾ ਆ ਉਹਦਾ ਕਾਰਜ ਸਵਰਦਾ। ਕਿਹੜਾ ਕਾਰਜ? ਇਹ ਸਰੀਰਾ ਮੇਰੇ ਆ, ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਕਿਹੜੇ ਬੈਂਕ ਬੈਲੈਂਸ ਕਰਕੇ ਅਸੀਂ ਬਾਬਾ ਕਬੀਰ ਜੀ ਨੂੰ ਜਾਣਦੇ ਹਾਂ? ਕਿਹੜੀ ਖਾਸ ਪ੍ਰਾਪਰਟੀ ਕਰਕੇ ਅਸੀਂ ਨਾਮਦੇਵ ਜੀ ਨੂੰ ਜਾਣਦੇ ਹਾਂ? ਭਗਤ ਧੰਨਾ ਜੀ ਦਾ ਸ਼ਬਦ ਕਿਸ ਕਰਕੇ ਅੱਜ ਆਪਾਂ ਸਾਰੇ ਵਾਚ ਰਹੇ ਹਾਂ? ਕਿਉਂਕਿ ਉਹਨਾਂ ਕੋਲ 100 ਕਿੱਲਾ ਜ਼ਮੀਨ ਸੀ, ਉਹਨਾਂ ਕੋਲ 500 ਕਿੱਲਾ ਜ਼ਮੀਨ ਸੀ, 5000 ਕਿੱਲੇ ਜ਼ਮੀਨ ਸੀ ਉਹਨਾਂ ਕੋਲ ਨਹੀਂ। ਉਹਨਾਂ ਦੀ ਵਿਚਾਰਧਾਰਾ ਐਡੀ ਸਟਰੋਂਗ ਹੈ, ਵਿਚਾਰਧਾਰਾ ਐਡੀ ਪਾਵਰਫੁਲ ਹੈ ਵੀ ਉਹਨਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਏ ਤੇ ਰਹਿੰਦੀ ਦੁਨੀਆ ਤੱਕ ਇਹ ਵਿਚਾਰਧਾਰਾ ਜਿਉਂਦੀ ਰਹਿਣੀ ਹੈ। ਆਪਣੀ ਵਿਚਾਰਧਾਰਾ ਨੂੰ ਸਟਰੋਂਗ ਬਣਾਓ, ਪਾਵਰਫੁਲ ਬਣਾਓ। ਤੁਸੀਂ ਆਪਣੇ ਅੰਦਰ ਇਹ ਜਿਹੜਾ ਗੁਣ ਹੈ ਬਾਬੇ ਨਾਨਕ ਦੀ ਵਿਚਾਰਧਾਰਾ ਵਾਲਾ, ਇਹ ਪੈਦਾ ਕਰੋ। ਇਹਨੂੰ ਕਹਿੰਦੇ ਆ ਕਾਰਜ ਦਾ ਸਵਰਨਾ। ਤੇ ਫਿਰ ਜਦੋਂ ਭਗਤ ਬਣਦਾ ਆ ਕੋਈ, ਤੇਰੀ ਭਗਤੀ ਕਰਦਾ ਆ, ਫਿਰ ਉਹਦੀਆਂ ਡਿਮਾਂਡਾਂ ਬਦਲ ਜਾਂਦੀਆਂ ਆ। ਹੁਣ ਵੇਖੋ, ਜਦੋਂ ਤੇ ਗੱਲ ਚੱਲੂਗੀ ਸਿਰਫ ਸਵਾਰਥੀ ਬੰਦਿਆਂ ਦੀ, ਉਹਨਾਂ ਦੀਆਂ ਡਿਮਾਂਡਾਂ ਹੋਰ ਤਰ੍ਹਾਂ ਦੀਆਂ ਹੋਣ। ਜਦੋਂ ਬਾਣੀ ਦੀ ਗੱਲ ਚੱਲੂਗੀ ਉੱਥੇ ਡਿਮਾਂਡਾਂ ਹੋਰ ਤਰ੍ਹਾਂ ਦੀਆਂ ਹੋਣਗੀਆਂ। ਦਾਲ ਸਿੱਧਾ ਮੰਗੋ ਕੀ ਹੋ। ਹੁਣ ਸਾਡੇ ਬੰਦੇ ਕਹਿੰਦੇ ਆ ਵੀ ਭਗਤ ਧੰਨਾ ਜੀ ਨੇ ਵੀ ਫਿਰ ਰੱਬ ਤੋਂ ਦਾਲ ਸਿੱਧਾ ਮੰਗ ਲਿਆ ਫਿਰ ਅਖੀਰ ਤੇ। ਉਹ ਨਹੀਂ ਭਾਈ, ਉਹ ਬਹੁਤ ਮਹਾਨ ਬੰਦੇ ਸੀ ਯਾਰ, ਉਹਨਾਂ ਨੇ ਦਾਲ ਕੌਲੀ ਥੋੜੀ ਮੰਗ ਲੈਣੀ ਹੈ ਰੱਬ ਕੋਲੋਂ। ਹਮਰਾ ਖੁਸ਼ੀ ਕਰੇ ਨੇ ਤੇ ਜੀਓ, ਮੈਨੂੰ ਦਾਲ ਦਿਓ। ਹੁਣ ਦਾਲ ਜਿਹੜੀ ਹੈ ਨਾ, ਉਹਦੇ ਵਾਸਤੇ ਤੁਸੀਂ 1328 ਨੰਬਰ ਅੰਕ ਤੇ ਸ਼ਬਦ ਪੜ੍ਹਿਓ ਪ੍ਰਭਾਤੀ ਰਾਗ ਵਿੱਚ ਜਾ ਕੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਮਾਂ ਨਹੀਂ, ਆਪਾਂ ਕੱਲ ਵਿਚਾਰ ਚਰਚਾ 'ਚ ਇਹਨੂੰ ਹੋਰ ਡਿਟੇਲ 'ਚ ਲੈ ਕੇ ਜਾਵਾਂਗੇ। ਦਾਲ ਸਿੱਧਾ ਮੰਗੋ ਕਿ ਉਹ ਹਮਾਰਾ ਖੁਸ਼ੀ ਕਰੇ ਨਿਤ ਜੀਓ। 1328 ਨੰਬਰ ਅੰਕ ਤੇ ਇੱਕ ਸ਼ਬਦ ਪੜ੍ਹਿਓ ਬਾਬਾ ਨਾਨਕ ਜੀ ਦਾ, ਜਿਹੜਾ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ੍ਹ ਪੜ੍ਹ ਪਾਵੇ ਮਾਨ, ਆਪਾ ਮਦੇ ਆਪ ਪ੍ਰਗਾਸ਼ਿਆ ਪਾਇਆ ਅੰਮ੍ਰਿਤ ਨਾਮ। ਆਪਣੇ ਅੰਦਰ ਪ੍ਰਮਾਤਮਾ ਨੂੰ ਪਾ ਲੈਣਾ, ਇਹ ਅੰਮ੍ਰਿਤ ਨਾਮ ਹੈ ਅਸਲ ਵਿੱਚ। ਉੱਥੇ ਸ਼ਬਦ ਹੈ ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪੈ ਮੰਗੂ। ਹੇ ਕਰਤਾ, ਤੂੰ ਮੇਰਾ ਜਜਮਾਨ ਹੈ ਤੇ ਮੈਂ ਤੇਰਾ ਮੰਗਤਾ ਹੈ। ਜਿਵੇਂ ਇੱਥੇ ਆਰਤਾ, ਉੱਥੇ ਸ਼ਬਦ ਹੈ ਮੈਂ ਤੇਰੇ ਦਰ ਦਾ ਮੰਗਤਾ ਹਾਂ। ਉਹ ਤੇਰੇ ਦਰ ਤੋਂ ਮੰਗ। ਇੱਕ ਦਖਣਾ ਹੋ ਤੈ ਪੈ ਮੰਗੋ। ਕੀ ਮੰਗਦਾ ਆ? ਦੇਹ ਆਪਣਾ ਨਾਮ, ਮੈਨੂੰ ਨਾਮ ਦਿਓ। ਕਿਹੜਾ ਨਾਮ? ਜਿਹਦੇ ਨਾਲ ਪੰਜ ਤਸਕਰ ਧਾਵਤ ਰਾਖੇ, ਚੂਕਾ ਮਨ ਅਭਿਮਾਨ, ਦ੍ਰਿਸ਼ਟ ਵਿਕਾਰੀ ਦੁਰਮਤ ਭਾਗੀ। ਜਿਹਦੇ ਨਾਲ ਮੇਰੀ ਵਿਕਾਰਾਂ ਵਾਲੀ ਦ੍ਰਿਸ਼ਟੀ ਭੱਜ ਜਾਏ, ਐਸਾ ਬ੍ਰਹਮ ਗਿਆਨ। ਹੁਣ ਵੇਖਿਓ, ਜਿਹੜਾ ਦਾਲ ਸਿੱਧਾ ਵਾ ਉਹ ਕੀ ਹੈ? ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ। ਇਹ ਹੈ ਦਾਲ ਚੌਲ ਮੰਗਿਆ ਗੁਰੂ ਕੋਲੋਂ। ਮੇਰੇ ਕੋਲ ਦਇਆ ਆ ਜਾਏ, ਮੇਰੇ ਕੋਲ ਜਤ ਸਤ ਆ ਜਾਏ, ਮੈਂ ਕਿਰਦਾਰ ਉੱਚੇ ਦਾ ਮਾਲਕ ਬਣ ਜਾਵਾਂ। ਪਨੀਆਂ ਸਾਧਨ ਮੰਗੋ ਨੀਕਾ, ਅਨਾਜ ਮੰਗੋ ਸਤ ਸੀਕਾ। ਇਹ ਅਨਾਜ ਜਿਹੜਾ ਆ ਅਸੀਂ ਗੁਰੂ ਸਾਹਿਬ ਜੀ ਕੋਲੋਂ ਮੰਗੀਏ। ਬਾਕੀ ਅਨਾਜ ਤਾਂ ਆਪਾਂ ਪੈਦਾ ਕਰ ਸਕਦੇ ਹਾਂ ਨਾ, ਇਹਦੇ 'ਚ ਕੋਈ ਬਹੁਤੀ ਵੱਡੀ ਮਿਹਨਤ ਕਰਨ ਦੀ ਲੋੜ ਨਹੀਂ ਹੈ। ਇਹ ਤਾਂ ਅਸੀਂ ਆਪਣੇ ਢੰਗ ਨਾਲ। ਹੁਣ ਉੱਥੇ ਸ਼ਬਦ ਜਿਹੜਾ ਆਊਗਾ ਜਤ ਸਤ ਚਾਵਲ, ਜਤ ਸਤ ਦਾ ਚਾਵਲ, ਇਹ ਅਨਾਜ ਮੰਗਣਾ ਹੈ ਗੁਰੂ ਸਾਹਿਬ ਜੀ ਕੋਲ। ਦਇਆ ਕਣਕ, ਕਣਕ ਹੋਵੇ ਦਇਆ ਵਾਲੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਕਰ ਪ੍ਰਾਪਤ ਪਾਤੀ ਧਾਨ।
तेरी तेरी प्राप्ति जिहड़ी है ना, तेरी रहमत, तेरे तेरे प्यार की जिहड़ी भुख है वो मेरी जिंदगी दे अंदर पैदा हो जाए। फिर शब्द इत्थे वेखो, जिहड़ा शब्द नामदेव जी दा धन्ना जी दा आया, उत्थे आएगा गौ भैंस मांगो लावेरी, गां भैंस मैं लवेरी मंगदा। ते उत्थे शब्द आएगा दूध कर्म संतोख घिओ कर ऐसा मंगो दान, ए दान मैं मंग। संतोख रूपी दुध चाहिदा आ, ਇਹਦਾ ਦੁੱਧ नहीं किलो 1.5 किलो 2-4 किलो चाहिदा, संतोख रूपी दुध चाहिदा। खिमा धीरज कर गौ लवेरी, मेरी जिंदगी च खिमा आ जाए, धीरज आ, ये लवेरी गां आ मेरे वास्ते। सहजे बछरा खीर पिए, बछरे का अर्थ है मेरा मन, जेड़ा मेरा मन विकारां वाले बन्ने भजदा आ, फिर गुरु की गल वाले बन्ने मेरा ये मन बच्छा जिहड़ा है वो दौड़न लग पे। ये है एक ताजन तुरी चंगेरी वाली अवस्था, जिहड़ी गल बाणी च गौ भैंस मांगो लवेरी, एक ताजन तुरी चंगेरी। चंगेरी चंगी मत, चंगी बुद्ध मेरी जिंदगी दे विच आ जाए। घर की गीहन चंगी, गीहन का अर्थ हुंदा इत्थे जिवें सीधा अर्थ इदां कर ला भी पत्नी मंग लई, पर बाणी च पत्नी का जिक्र जदों आएगा तो उत्थे आएगा मेरी बहुरिया को धनिया नाओ, मेरी पत्नी है जिहदा नाम है गुरु दा धन, गुरु दा प्यार। जां पहली करूप कुजात सुलखणी सौरे, पहली करूप कुजात कुलखणी सौरे पई है बुरी, माड़ी मत अब की स्वरूप सुजात सुलखणी, सोहनी मत वाली। सो गुरु मेहर करे सानू ये सोहनी मत वाली, ये असल च कंसैप्ट सीगा, असीं आरती जोड़ के दा सारा संदर्भ भी गवा के रखता। जन धन्ना लेवै मंगी, धन्ना जी ने ये जिहड़ियां चीज़ां आ अकाल पुरख वाहिगुरू दे चरनां तो प्राप्त कीतियां, गुरु की समझ तो लईआं, असीं भी ये अपनी जिंदगी विच पैदा कर सकीए। आप सब दा धन्नवाद। शुकराना गुरु साहब जी का नंबर तुहाडे सामने है, सवाल तुसीं कर सकते हो। कल जिहड़ी सवाल जवाब विचार चर्चा होएगी उसदा समा सवेरे 10 ਤੋਂ 11 होएगा, पोस्टर असीं साझा कर दांगे, उहदे ते सारी डिटेल दे देंगे, क्योंकि शाम दे वेले 5 वजे तो लैके 7 वजे तक जूम ऐप ते कैंप चलदा आ, जिहदे विच सारे वीर नौजवान साडे जां सारे असीं शामिल हो रहे हैं। तुसीं भी वध तों वध उहदे शामिल हो सकते हो, डिटेल पिछे जे दित्ती गई सी। सो सारिਆਂ ਦਾ ਧੰਨਵਾਦ। ਭੁੱਲ ਚੁੱਕ ਲਿਖੇ ਮੈਂ ਕੱਲ ਨੂੰ 10 ਤੋਂ 11 ਜਿਹੜੇ ਉਹ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਨਾਲ ਮੇਰੇ ਹੋਣਗੇ ਵੀਰ ਮਲਕੀਤ ਸਿੰਘ ਜੀ। ਪਿਆਰ ਸਹਿਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।